ਸੰਗਤ ਜੀ, ਜੇਕਰ ਆਪ ਜੀ ਨੂੰ ਦਾਸ ਦੀ ਵਿਚਾਰ ਪਸੰਦ ਆਉਂਦੀ ਹੈ ਤਾਂ ਗੁਰਬਾਣੀ ਸਮੁੰਦਰ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰ ਦਿਓ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੁਐ ਭਾਏ ਵਿਗੋਚੀਐ, ਗਲ ਪਈਸ ਜਮ ਕੀ ਫਾਸ। ਜੇਹਾ ਬੀਜੈ ਸੋ ਲੂਣੈ, ਮੱਥੈ ਜੋ ਲਿਖਿਆਸ। ਰੈਣ ਵਿਹਾਣੇ ਪਛੁਤਾਣੀ, ਉਠ ਚਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ, ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਹੁਣੇ ਹੀ ਧੰਨ ਧੰਨ ਪੰਜਵੇਂ ਪਿਤਾ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਤਿੰਨਾਂ ਪਾਸੋਂ 12 ਮਹਾ ਗੁਰਬਾਣੀ ਵਿੱਚ ਉਚਾਰਨ ਹਾੜ ਮਹੀਨੇ ਦੀ ਜਿਹੜਾ ਸ਼ਬਦ ਹੈ ਉਸ ਨੂੰ ਸੁਣਨਾ ਕੀਤਾ ਹੈ। ਸਾਓ ਗੁਰੂ ਪਿਆਰਿਓ, ਹੁਣ ਇਸ ਸ਼ਬਦ ਉੱਤੇ ਕੁਝ ਸਮੇਂ ਵਾਸਤੇ ਗੁਰਮਤਿ ਵਿਚਾਰ ਨਾਲ ਜੁੜੀਏ। ਸੋ ਆਪ ਜੀ ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਗੁਰੂ ਜੀ ਨੂੰ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਨ ਵਿੱਚ ਚੇਤਾ ਕਰਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿਨਾ ਪਾਸ। ਕਿ ਹੈ ਗੁਰੂ ਪਿਆਰਿਓ, ਜਿਹੜਾ ਇਹ ਹਾੜ ਦਾ ਮਹੀਨਾ ਹੈ, ਇਸ ਦੇ ਵਿੱਚ ਬੜੀ ਤਪਸ਼ ਹੁੰਦੀ ਹੈ, ਬਹੁਤ ਜ਼ਿਆਦਾ ਗਰਮੀ ਵੱਧ ਜਾਣਾ ਕਰਦੀ ਹੈ। ਗੁਰੂ ਮਹਾਰਾਜ ਕਿਰਪਾ ਕਰਦੇ ਨੇ। ਇੱਕ ਪਾਸੇ ਤਾਂ ਸੰਸਾਰਕ ਧੁੱਪ ਮਨੁੱਖ ਨੂੰ ਸਾੜਦੀ ਹੈ, ਦੂਜੇ ਪਾਸੇ ਜਿਹੜੇ ਮਨ ਅੰਦਰ ਕਾਮ, ਕ੍ਰੋਧ, ਲੋਭ, ਅਹੰਕਾਰ, ਚੁਗਲੀ, ਨਿੰਦਿਆ, ਇਹ ਜਿਹੜੇ ਵਿਕਾਰ ਹਨ, ਇਹ ਅੰਦਰੋਂ ਮਨੁੱਖ ਨੂੰ ਸਾੜਦੇ ਰਹਿੰਦੇ ਹਨ। ਇਸ ਲਈ ਮਹਾਰਾਜ ਕਿਰਪਾ ਕਰਦੇ ਨੇ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿਨਾ ਪਾਸ। ਕਿ ਇਹ ਆਸਾੜ ਦਾ ਜਿਹੜਾ ਹਾੜ ਦਾ ਮਹੀਨਾ ਹੈ, ਉਹਨਾਂ ਵਾਸਤੇ ਤੱਤਾ ਹੈ, ਉਹਨਾਂ ਵਾਸਤੇ ਇਹ ਮਹੀਨਾ ਬਹੁਤ ਕਠਿਨ ਹੈ, ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮਾਤਮਾ ਦਾ ਸਿਮਰਨ ਨਹੀਂ ਹੈਗਾ। ਜਿਸਨੇ ਹਰੀ ਪਰਮਾਤਮਾ ਦੇ ਨਾਮ ਸਿਮਰਨ ਦੀ ਰੂਪੀ ਜੋਤ ਆਪਣੇ ਮਨ ਅੰਦਰ ਨਹੀਂ ਜਗਾਈ, ਉਸ ਮਨੁੱਖ ਲਈ ਇਹ ਜਿਹੜਾ ਮਹੀਨਾ ਹੈ ਉਹ ਬਹੁਤ ਤਪਸ਼ ਭਰਿਆ ਹੋਇਆ ਹੈ। ਮਹਾਰਾਜ ਕਿਰਪਾ ਕਰਦੇ ਨੇ।
ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਕਿ ਉਹ ਸੱਚੇ ਹਰੀ ਪਰਮਾਤਮਾ ਜਗ ਜੀਵਨ, ਜਗ ਨੂੰ ਬਣਾਉਣ ਵਾਲਾ ਅਤੇ ਸਾਰੇ ਜੀਵਾਂ ਨੂੰ ਸਵਾਸ ਦੇਣ ਵਾਲਾ, ਜੀਵਨ ਦੇਣ ਵਾਲਾ ਜਗ ਜੀਵਨ ਪੁਰਖ, ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਤਿਆਗ ਕੈ, ਉਸ ਨੂੰ ਤਿਆਗ ਕੇ ਕੀ ਕਰਦਾ ਹੈ? ਮਾਨਸ ਸੰਧੀ ਆਸ, ਮਨੁੱਖ ਦੇ ਨਾਲ ਆਸ ਲੈ ਲੈਣਾ ਕਰਦਾ ਹੈ। ਭਾਵ ਮਨੁੱਖ ਨਾਲ ਹੀ ਆਸ ਲਾਣਾ ਕਰਦਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਦੋਏ ਭਾਏ ਵਿਗੋਚੀਐ, ਗਲ ਪਈਸ ਜਮ ਕੀ ਫਾਸ। ਕਿ ਉਹ ਜਿਹੜਾ ਮਨੁੱਖ, ਜਿਸ ਨੇ ਇੱਕ ਮਨੁੱਖ ਨਾਲ ਹੀ ਆਸ ਲਾਈ ਹੋਈ ਹੈ, ਗੁਰੂ ਪਿਆਰਿਓ ਇੱਥੇ ਮੈਂ ਬੇਨਤੀ ਕਰ ਦਵਾਂ, ਜਿਹੜਾ ਮਨੁੱਖ ਆਪ ਰੋਂਦਾ ਹੈ ਉਹ ਤੁਹਾਨੂੰ ਕਿਵੇਂ ਹਸਾਵੇਗਾ? ਜਿਹੜਾ ਆਪ ਸੌਂਦਾ ਹੈ ਉਹ ਤੁਹਾਨੂੰ ਕਿਵੇਂ ਜਗਾਵੇਗਾ? ਜਿਸ ਨੂੰ ਆਪ ਦੁੱਖ ਤਕਲੀਫ ਮਹਿਸੂਸ ਹੁੰਦਾ ਹੈ ਉਹ ਤੁਹਾਨੂੰ ਸੁੱਖ ਕਿਵੇਂ ਦਿਵਾਵੇਗਾ? ਜਿਹੜਾ ਆਪ ਨਰਕਾਂ ਦਾ ਭਾਗੀ ਹੈ ਉਹ ਤੁਹਾਨੂੰ ਸਵਰਗਾਂ ਨੂੰ ਕਿਸ ਤਰ੍ਹਾਂ ਲਿਜਾਵੇਗਾ? ਇਸ ਲਈ ਗੁਰੂ ਮਹਾਰਾਜ ਕਿਰਪਾ ਕਰਦੇ ਨੇ ਕਿ ਦੋਏ ਭਾਏ ਵਿਗੋਚੀਐ, ਗਲ ਪਈਸ ਜਮ ਕੀ ਫਾਸ। ਕਿ ਇਹੋ ਜਿਹਾ ਮਨੁੱਖ, ਜਿਹੜਾ ਮਨੁੱਖ ਨਾਲ ਹੀ ਆਸ ਲਾ ਕੇ ਬੈਠਾ ਹੈ ਕਿ ਮਨੁੱਖ ਪਾਸੋਂ ਹੀ ਮੈਨੂੰ ਖਾਣ ਨੂੰ ਮਿਲਦਾ ਹੈ, ਮਨੁੱਖ ਦੇ ਕਾਰਨ ਹੀ ਮੇਰਾ ਜੀਵਨ ਚੱਲ ਰਿਹਾ ਹੈ, ਉਸ ਮਨੁੱਖ ਕਾਰਨ ਹੀ ਮੇਰਾ ਜਿਹੜਾ ਜੀਵਨ ਬਤੀਤ ਹੋ ਰਿਹਾ ਹੈ, ਮੈਨੂੰ ਖਾਣ ਪੀਣ ਵਾਲੇ ਪਦਾਰਥ ਮਿਲ ਰਹੇ ਹਨ। ਮਹਾਰਾਜ ਕਿਰਪਾ ਕਰਦੇ ਨੇ, ਐਸਾ ਮਨੁੱਖ ਨਾਲ ਆਸ ਲੱਗ ਕੇ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ। ਅਤੇ ਫਿਰ ਕੀ ਹੁੰਦਾ ਹੈ? ਦੋਏ ਭਾਏ ਵਿਗੋਚੀਐ, ਭਾਵ ਨਾ ਉਹ ਸੰਸਾਰ ਜੋਗਾ ਰਹਿੰਦਾ ਹੈ, ਨਾ ਉਹ ਧੁਰ ਦਰਗਾਹ ਜੋਗਾ ਰਹਿੰਦਾ ਹੈ। ਦੋਏ ਭਾਏ ਵਿਗੋਚੀਐ, ਗਲ ਪਈਸ ਜਮ ਕੀ ਫਾਸ। ਅਤੇ ਜਦੋਂ ਫਿਰ ਉਹ ਮਰ ਜਾਣਾ ਕਰਦਾ ਹੈ, ਉਸਦੇ ਸਵਾਸ ਖਤਮ ਹੋ ਜਾਣਾ ਕਰਦੇ ਹਨ, ਫਿਰ ਉਸ ਨੂੰ ਜਮ ਜਿਹੜੇ ਹਨ ਉਹ ਫੜ ਕੇ ਲਿਜਾਣਾ ਕਰਦੇ ਨੇ। ਮਹਾਰਾਜ ਜੀ ਕਿਰਪਾ ਕਰਦੇ ਨੇ, ਜੇਹਾ ਬੀਜੈ ਸੋ ਲੂਣੈ, ਮੱਥੈ ਜੋ ਲਿਖਿਆਸ। ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਉਹ ਜਿਹੜਾ ਮਨੁੱਖ ਜਿਸ ਨੇ ਸੰਸਾਰ ਵਿੱਚ ਰਹਿ ਕੇ ਕਰਮ ਕਮਾਏ ਹਨ, ਭਾਵ ਕਿਸੇ ਨੇ ਚੰਗੇ ਕੰਮ ਕੀਤੇ ਹਨ, ਕਿਸੇ ਨੇ ਮਾੜੇ ਕੰਮ ਕੀਤੇ ਹਨ, ਜਦੋਂ ਧੁਰ ਦਰਗਾਹ ਤੇ ਉਸ ਦਾ ਲੇਖਾ ਜੋਖਾ ਹੁੰਦਾ ਹੈ, ਮਹਾਰਾਜ ਕਿਰਪਾ ਕਰਦੇ ਨੇ, ਜੇਹਾ ਬੀਜੈ ਸੋ ਲੂਣੈ। ਫਿਰ ਜੇਹਾ ਬੀਜ ਸੰਸਾਰ ਵਿੱਚ ਬੀਜ ਕੇ ਆਇਆ ਹੁੰਦਾ ਹੈ, ਜੇ ਚੰਗੇ ਕੰਮ ਕਰਕੇ ਆਇਆ ਹੁੰਦਾ ਹੈ, ਭਾਵ ਭੁੱਖੇ ਨੂੰ ਰੋਟੀ ਖਵਾਉਣਾ, ਤਨ ਕਿਸੇ ਦੇ ਕੋਲ ਕੱਪੜੇ ਨਹੀਂ ਹੈਗੇ ਉਸ ਨੂੰ ਕੱਪੜੇ ਦੇਣੇ, ਗੁਰੂ ਕੇ ਘਰ ਜਾ ਕੇ ਗੁਰੂ ਘਰ ਸੇਵਾ ਕਰਨੀ, ਨਾਮ ਸਿਮਰਨ ਦਾ ਜਾਪ ਕਰਨਾ, ਗੁਰੂ ਬਾਣੀ ਦਾ ਪਾਠ ਕਰਨਾ, ਨਿਤਨੇਮ ਕਰਨਾ, ਇਸ ਪ੍ਰਕਾਰ ਦੇ ਜਿਹੜੇ ਚੰਗੇ ਕਰਮ ਕਰਕੇ ਆਇਆ ਹੈ। ਅਤੇ ਜਿਹੜੇ ਮਾੜੇ ਕਰਮ, ਭਾਵ ਕਿਸੇ ਦੀ ਚੁਗਲੀ ਨਿੰਦਿਆ ਕਰਨੀ, ਕਿਸੇ ਨੂੰ ਮਾੜਾ ਬੋਲਣਾ, ਮਾੜੀ ਨਿਗਾਹ ਨਾਲ ਦੇਖਣਾ, ਕਿਸੇ ਦਾ ਮਾੜਾ ਕਰਨਾ, ਕਿਸੇ ਨੂੰ ਦੁੱਖ ਦੇਣਾ, ਤਕਲੀਫ ਦੇਣਾ, ਇਹੋ ਜਿਹੇ ਮਾੜੇ ਕਰਮ। ਭਾਵ ਚੰਗੇ ਕਰਮ ਫੁੱਲ ਤਰ੍ਹਾਂ ਹਨ, ਜੇ ਫੁੱਲ ਬੀਜਾਂਗੇ ਤੇ ਫੁੱਲ ਹੀ ਉੱਗਣਗੇ, ਅਤੇ ਮਾੜੇ ਕਰਮ ਕੰਡਿਆਂ ਵਰਗੇ ਹਨ, ਜੇ ਕੰਡੇ ਬੀਜਾਂਗੇ ਤੇ ਕੰਡੇ ਉੱਗਣਗੇ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ, ਜੇਹਾ ਬੀਜੈ ਸੋ ਲੂਣੈ। ਜਿਵੇਂ ਦਾ ਬੀਜ ਬੀਜਿਆ ਹੈ, ਜੇ ਫੁੱਲ ਬੀਜਿਆ ਹੈ ਤੇ ਫੁੱਲ ਮਿਲਦੇ ਹਨ, ਜੇ ਕੰਡੇ ਬੀਜੇ ਹਨ ਕੰਡੇ ਹੀ ਮਿਲਦੇ ਹਨ। ਭਾਵ ਜੇ ਕਿਸੇ ਨੂੰ ਸੁੱਖ ਦਿੱਤਾ ਹੈ ਤਾਂ ਅੱਗੇ ਚੱਲ ਕੇ ਸੁੱਖ ਦੀ ਪ੍ਰਾਪਤੀ ਹੋਵੇਗੀ, ਜੇ ਦੁੱਖ ਦਿੱਤਾ ਹੈ ਤਾਂ ਦੁੱਖ ਦੀ ਪ੍ਰਾਪਤੀ ਹੋਵੇਗੀ। ਜਿਹੋ ਜੇ ਕਰਮ ਕਰਕੇ ਆਇਆ ਹੈ, ਮੱਥੈ ਸੋ ਲਿਖਿਆਸ। ਫਿਰ ਉਸਦੇ ਮੱਥੇ ਉੱਤੇ ਵੀ ਉਹੋ ਜਿਹੇ ਕਰਮ ਲਿਖੇ ਜਾਂਦੇ ਹਨ, ਕਿਉਂਕਿ ਲੇਖੇ ਜੋਖੇ ਤੋਂ ਬਾਅਦ ਚੰਗੇ ਕਰਮਾਂ ਵਾਲਿਆਂ ਨੂੰ ਤਾਂ ਮੁਕਤੀ ਮਿਲ ਜਾਂਦੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਗ੍ਹਾ ਮਿਲ ਜਾਂਦੀ ਹੈ। ਪਰ ਜਿਹੜੇ ਮਾੜੇ ਕਰਮ ਕਰਕੇ ਆਉਂਦੇ ਹਨ, ਉਹਨਾਂ ਨੂੰ ਜੂਨਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਫਿਰ ਉਸ ਜੂਨ ਵਿੱਚ ਜਿਹੜੇ ਉਹ ਕਰਮ ਹੁੰਦੇ ਹਨ, ਜਿਹੜੇ ਪਿਛਲੇ ਜਨਮ ਵਿੱਚ ਕੀਤੇ ਕਰਮਾਂ ਦਾ, ਉਸ ਨੂੰ ਫਿਰ ਅਗਲੇ ਜਨਮ ਵਿੱਚ
ਦੁੱਖ ਭੋਗਣਾ ਪੈਂਦਾ ਹੈ। ਮਹਾਰਾਜ ਕਿਰਪਾ ਕਰਦੇ ਨੇ। ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਿਰਾਸ। ਅਤੇ ਫਿਰ ਜਿਹੜਾ ਉਹ ਮਨੁੱਖ ਹੈ ਜਦੋਂ ਇਸ ਸੰਸਾਰ ਉਤੋਂ ਜਾਣਾ ਕਰਦਾ ਹੈ, ਉਸ ਦੇ ਸਵਾਸ ਖਤਮ ਹੋ ਜਾਣਾ ਕਰਦੇ ਹਨ। ਰੈਣ ਵਿਹਾਣੀ ਜਦੋਂ ਇਸ ਸੰਸਾਰ ਵਿੱਚੋਂ ਉੱਠ ਕਰਕੇ ਧੁਰ ਦਰਗਾਹ ਵਿੱਚ ਜਾਂਦਾ ਹੈ। ਰੈਣ ਵਿਹਾਣੀ ਪਛਤਾਣੀ ਫਿਰ ਪਛਤਾਣਾ ਕਰਦਾ ਹੈ, ਕਿਉਂਕਿ ਫਿਰ ਜਮਾਂ ਦੀ ਮਾਰ ਪੈਣਾ ਕਰਦੀ ਹੈ। ਫਿਰ ਪਛਤਾਉਂਦਾ ਹੈ ਕਿ ਮੈਂ ਚੰਗੇ ਕੰਮ ਕਾਹਤੋਂ ਨਹੀਂ ਕੀਤੇ। ਉੱਠ ਚਲੀ ਗਈ ਨਿਰਾਸ਼, ਫਿਰ ਉਹ ਸੰਸਾਰ ਉਤੋਂ ਨਿਰਾਸ਼ ਹੋ ਕੇ ਹੀ ਵਾਪਸ ਜਾਣਾ ਕਰਦਾ ਹੈ। ਭਾਵ ਫਿਰ ਉਸ ਨੂੰ ਸੁੱਖ ਨਹੀਂ ਮਿਲਦੇ। ਜਮਾਂ ਵੱਲੋਂ ਫਿਰ ਉਸ ਨੂੰ ਦੁੱਖ ਤਕਲੀਫ ਦੇ ਕਰਕੇ ਦਰਗਾਹ ਵਿੱਚ ਲਿਜਾਇਆ ਜਾਂਦਾ ਹੈ। ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਅਤੇ ਜਿਹੜੇ ਮਨੁੱਖ ਨੇ ਸਤ ਸੰਗਤ ਕੀਤੀ ਹੈ, ਚੰਗੇ ਕਰਮ ਕੀਤੇ ਹਨ, ਸੰਤਾਂ ਦੀ ਸੰਗਤ ਕੀਤੀ ਹੈ, ਨਾਮ ਜਪਿਆ ਹੈ, ਸਿਮਰਨ ਕੀਤਾ ਹੈ, ਸੇਵਾ ਕੀਤੀ ਹੈ, ਭੁੱਖੇ ਨੂੰ ਰੋਟੀ ਖਵਾਈ ਹੈ, ਰੋਂਦੇ ਨੂੰ ਹਸਾਇਆ ਹੈ, ਮਹਾਰਾਜ ਕਿਰਪਾ ਕਰਦੇ ਨੇ। ਜਿਨ ਕੋ ਸਾਧੂ ਭੇਟੀ ਹੈ, ਫਿਰ ਜਿਸਨੇ ਸੰਗਤ ਕੀਤੀ ਹੈ ਨਾ, ਚੰਗੇ ਕਰਮਾਂ ਵਾਲੀ ਸੰਗਤ ਕੀਤੀ ਹੈ, ਸੋ ਦਰਗਹਿ ਹੋਏ ਖਲਾਸ, ਫਿਰ ਉਸ ਨੂੰ ਦਰਗਾਹ ਵਿੱਚ ਜਾਂਦੇ ਹੀ ਮੁਕਤੀ ਮਿਲ ਜਾਣਾ ਕਰਦੀ ਹੈ। ਫਿਰ ਉਸ ਦਾ ਲੇਖਾ ਜੋਖਾ ਨਹੀਂ ਹੁੰਦਾ। ਉਸ ਨੂੰ ਫਿਰ ਮਹਾਰਾਜ ਸਿੱਧਾ ਹੀ ਆਪਣੇ ਚਰਨੀ ਲਾ ਲੈਣਾ ਕਰਦੇ ਹਨ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਕਿ ਹੇ ਗੁਰੂ ਪਿਆਰਿਓ, ਸਾਨੂੰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਹਰੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨਾ ਚਾਹੀਦੀ ਹੈ ਕਿ ਕਰ ਕਿਰਪਾ ਪ੍ਰਭ ਆਪਣੀ। ਹੇ ਹਰੀ ਪਰਮਾਤਮਾ, ਆਪਣੀ ਮਿਹਰ ਕਰ, ਸਾਡੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ। ਤੇਰੇ ਦਰਸ਼ਨ ਹੋਏ ਪਿਆਸ, ਕਿ ਸਾਨੂੰ ਵੀ ਮਨ ਵਿੱਚ ਤੁਹਾਡੇ ਨਾਮ ਸਿਮਰਨ ਦੀ ਜਿਹੜੀ ਪਿਆਸ ਹੈ ਉਹ ਲੱਗ ਜਾਣਾ ਕਰੇ। ਬੇਨਤੀ ਕਰਾਂ ਗੁਰੂ ਪਿਆਰਿਓ ਕਿ ਜਿਵੇਂ ਇੱਕ ਹਾੜ ਦੇ ਮਹੀਨੇ ਵਿੱਚ ਇੱਕ ਪਿਆਸੇ ਨੂੰ ਜਦੋਂ ਪਾਣੀ ਮਿਲ ਜਾਣਾ ਕਰਦਾ ਹੈ, ਫਿਰ ਉਸ ਪਾਣੀ ਨੂੰ ਪੀ ਕਰਕੇ ਉਹ ਸ਼ਾਂਤ ਹੋ ਜਾਣਾ ਕਰਦਾ ਹੈ। ਇਸ ਪ੍ਰਕਾਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿ ਮਹਾਰਾਜ ਜਿਸ ਪ੍ਰਕਾਰ ਉਸ ਧਰਾਏ ਮਨੁੱਖ ਨੂੰ, ਉਸ ਪਿਆਸੇ ਮਨੁੱਖ ਨੂੰ ਜਦੋਂ ਪਾਣੀ ਮਿਲਣਾ ਕੀਤਾ, ਪਾਣੀ ਪੀਣ ਤੋਂ ਬਾਅਦ ਉਸ ਨੂੰ ਆਨੰਦ ਦੀ ਪ੍ਰਾਪਤੀ ਹੋਈ, ਉਸੇ ਪ੍ਰਕਾਰ ਤੁਹਾਡੇ ਨਾਮ ਸਿਮਰਨ ਦੀ ਸਾਡੇ ਮਨ ਵਿੱਚ ਐਸੀ ਪਿਆਸ ਲੱਗੇ ਕਿ ਜਦੋਂ ਤੱਕ ਨਾਮ ਸਿਮਰਨ ਦੇ ਜਾਪ ਨਾ ਕਰੀਏ, ਸਾਨੂੰ ਇਉਂ ਜਾਪੇ ਕਿ ਸਾਡੇ ਸਵਾਸ ਨਿਕਲ ਚੱਲੇ ਨੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਰਾਜ ਕਿਰਪਾ ਕਰਦੇ ਨੇ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਕਿ ਉਹ ਸੱਚੇ ਹਰੀ ਪਰਮਾਤਮਾ ਦੇ ਚਰਨਾਂ ਵਿੱਚ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਗਤ ਬਣਾਉਣ ਵਾਲੇ ਸੱਚੇ ਪਿਤਾ, ਆਪ ਜੀ ਕਿਰਪਾ ਕਰੋ, ਸਾਨੂੰ ਆਪਣੇ ਨਾਮ ਸਿਮਰਨ ਦੀ ਦਾਤ ਬਖਸ਼ਣਾ ਕਰੋ। ਗੁਰੂ ਮਹਾਰਾਜ ਕਿਰਪਾ ਕਰਦੇ ਨੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਕਿ ਹਰੀ ਪਰਮਾਤਮਾ ਸੱਚੇ ਅਕਾਲ ਪੁਰਖ ਵਾਹਿਗੁਰੂ, ਤੇਥੋਂ ਬਿਨਾ ਇਸ ਸੰਸਾਰ ਉੱਤੇ ਸਾਡਾ ਕੋਈ ਸਹਾਰਾ ਨਹੀਂ। ਐਸੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਤੇਥੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ, ਕਿਉਂਕਿ ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕਾ ਅੰਤਰ ਜਾਮੀ। ਕਿ ਤੇਰੇ ਵਰਗਾ ਕੋਈ ਨਹੀਂ। ਤੂੰ ਸਾਰੇ ਸੰਸਾਰ ਦਾ ਕਰਤਾ ਧਰਤਾ ਹੈ। ਸਾਰੇ ਜੀਵਾਂ ਨੂੰ ਤੂੰ ਜੀਵਨ ਦੇਣਾ ਹੈ, ਸਵਾਸ ਦੇਣਾ ਹੈ, ਖਾਣ ਪੀਣ ਨੂੰ ਪਦਾਰਥ ਦੇਣਾ ਹੈ। ਇਸ ਲਈ ਸੱਚੇ ਪਿਤਾ, ਸਾਡਾ ਜੀਵਨ ਵੀ ਤੇਰੇ ਤੋਂ ਹੀ ਚੱਲ ਰਿਹਾ ਹੈ, ਤੇ ਕਿਰਪਾ ਕਰੋ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਅਰਦਾਸ। ਸਾਡਾ ਤੁਹਾਡੇ ਤੋਂ ਬਿਨਾ ਕੋਈ ਨਹੀਂ।
ਇਸ ਲਈ ਸਾਡੇ ਉੱਤੇ ਕਿਰਪਾ ਕਰੋ, ਸਾਨੂੰ ਨਾਮ ਸਿਮਰਨ ਦੀ ਦਾਤ ਬਖਸ਼ਣਾ ਕਰੋ ਕਿ ਅਸੀਂ ਵੀ ਤੁਹਾਡੇ ਨਾਮ ਸਿਮਰਨ ਦੇ ਜਿਹੜਾ ਰਸ ਹੈ ਉਸ ਨੂੰ, ਉਸ ਦਾ ਸੁਖ ਮਾਣ ਸਕੀਏ, ਉਸ ਦਾ ਆਨੰਦ ਪ੍ਰਾਪਤ ਕਰ ਸਕੀਏ। ਐਸੀ ਕਿਰਪਾ ਕਰ ਦਵੋ। ਸੋ ਗੁਰੂ ਮਹਾਰਾਜ ਕਿਰਪਾ ਕਰਦੇ ਨੇ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਸ਼ਰਨ ਨਿਵਾਸ। ਕਿ ਹੈ ਗੁਰੂ ਪਿਆਰਿਓ, ਇਹ ਜਿਹੜਾ ਹਾੜ ਦਾ ਮਹੀਨਾ ਹੈ ਉਸ ਲਈ ਹੀ ਸੁੱਖਾਂ ਦਾ ਭਰਿਆ ਹੋਇਆ ਹੈ। ਜਿਸ ਮਨੁੱਖ ਦੇ ਮਨ ਵਿੱਚ, ਜਿਸ ਜੀਵ ਦੇ ਮਨ ਵਿੱਚ ਉਹ ਹਰੀ ਪ੍ਰਮਾਤਮਾ ਨਾਮ ਰੂਪੀ ਜੋਤ ਜਗਦੀ ਹੈ, ਉਹ ਹਰੀ ਪ੍ਰਮਾਤਮਾ ਦੇ ਨਾਮ ਸਿਮਰਨ ਦਾ ਜਾਪ ਚੱਲਦਾ ਹੈ। ਜਿਹੜਾ ਚੰਗੇ ਕਰਮ ਕਰਦਾ ਹੈ, ਜਿਹੜਾ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦਾ ਹੈ, ਉਸ ਮਨੁੱਖ ਦਾ ਹੀ ਇਹ ਜਿਹੜਾ ਹਾੜ ਦਾ ਮਹੀਨਾ ਹੈ ਉਹ ਸੁੱਖ ਭਰਿਆ ਲੰਘਦਾ ਹੈ। ਸੋ ਗੁਰੂ ਪਿਆਰਿਓ, ਦਾਸ ਵੱਲੋਂ ਆਖਰ ਵਿੱਚ ਬੇਨਤੀ ਹੈ ਕਿ ਜਿਵੇਂ ਕਬੀਰ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰਹਿ, ਉੱਠ ਕੇ ਨਾ ਜਪਹਿ ਮੁਰਾਰ। ਇੱਕ ਦਿਨ ਸੋਵਨ ਹੋਏ ਗੋ, ਲਾਂਬੇ ਗੋਂਡ ਪਸਾਰ। ਕਿ ਹੈ ਗੁਰੂ ਪਿਆਰਿਓ, ਜਿਵੇਂ ਅੰਮ੍ਰਿਤ ਵੇਲਾ ਹੁੰਦਾ ਹੈ, ਆਪਾਂ ਕੀ ਕਰਦੇ ਹਾਂ ਕਿ ਜੇਕਰ ਗ੍ਰੰਥੀ ਸਿੰਘ ਗੁਰੂ ਘਰ ਸਪੀਕਰ ਵਿੱਚ ਆਵਾਜ਼ ਲਗਾਉਂਦਾ ਹੈ ਕਿ ਉਠੋ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ, ਤਾਂ ਅਸੀਂ ਕੀ ਕਰਨਾ ਕਰਦੇ ਹਾਂ, ਜਿਹੜਾ ਸਾਡੇ ਪੈਂਦੀ ਭਾਵ ਪੈਰਾਂ ਪਾਸੇ ਸਾਡੇ ਉੱਤੇ ਲੈਣ ਵਾਲਾ ਜਿਹੜਾ ਕੱਪੜਾ ਹੁੰਦਾ ਹੈ, ਖੇਸ ਜਾਂ ਚਾਦਰ, ਉਸ ਨੂੰ ਅਸੀਂ ਸਾਰੀ ਰਾਤ ਆਪਣੇ ਉੱਤੇ ਨਹੀਂ ਲੈਣਾ ਕਰਦੇ। ਪਰ ਜਦੋਂ ਅੰਮ੍ਰਿਤ ਵੇਲੇ ਗ੍ਰੰਥੀ ਸਿੰਘ ਨੇ ਆਵਾਜ਼ ਲਗਾਈ ਕਿ ਉਠੋ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ, ਤਾਂ ਅਸੀਂ ਆਪਣੀ ਪਹਿਲ ਕਰਨ ਤੋਂ ਪਹਿਲਾਂ ਕੀ ਕਰਦੇ ਹਾਂ, ਉੱਠਣ ਦੀ ਬਜਾਏ ਅਸੀਂ ਉਸ ਚਾਦਰ ਨੂੰ ਜਿਹੜੀ ਸਾਰੀ ਰਾਤ ਉੱਤੇ ਨਹੀਂ ਲੈਣਾ ਕੀਤੀ, ਉਸ ਚਾਦਰ ਨੂੰ ਫਿਰ ਛੇਤੀ ਤੋਂ ਛੇਤੀ ਉੱਠ ਕਰਕੇ ਆਪਣੇ ਉੱਤੇ ਲੈ ਕਰਕੇ ਚਾਰ ਛਪੇਰਿਓਂ ਉਸ ਨੂੰ ਚੰਗੀ ਤਰ੍ਹਾਂ ਅੰਦਰ ਫੜ ਕੇ ਸੋ ਜਾਣਾ ਕਰਦੇ ਹਾਂ। ਪਰ ਗੁਰੂ ਪਿਆਰਿਓ, ਕਬੀਰ ਜੀ ਜਿਸ ਤਰ੍ਹਾਂ ਕਹਿੰਦੇ ਨੇ, ਕਬੀਰ ਸੁੱਤਾ ਕਿਆ ਕਰੇ, ਕਿ ਕਬੀਰ ਤੂੰ ਸੁੱਤਾ ਕੀ ਕਰਦਾ ਹੈ, ਉੱਠ ਕੇ ਨਾ ਜਪੇ ਮੁਰਾਰ। ਤੂੰ ਉੱਠ ਕੇ ਹਰੀ ਪ੍ਰਮਾਤਮਾ ਦਾ ਨਾਮ ਨਹੀਂ ਜਪ ਰਿਹਾ। ਆਪਣੇ ਆਪ ਨੂੰ ਕਬੀਰ ਜੀ ਆਵਾਜ਼ ਲਾ ਕੇ ਕਹਿੰਦੇ ਨੇ, ਕਬੀਰ ਸੁੱਤਾ ਕਿਆ ਕਰਹਿ, ਉੱਠ ਕੇ ਨਾ ਜਪੇ ਮੁਰਾਰ। ਕਿ ਕਬੀਰ ਤੂੰ ਸੁੱਤਾ ਕੀ ਕਰਦਾ ਹੈ, ਉੱਠ ਕੇ ਹਰੀ ਪ੍ਰਮਾਤਮਾ ਦਾ ਨਾਮ ਜਪ ਲੈ, ਉਸ ਹਰੀ ਪ੍ਰਮਾਤਮਾ ਦਾ ਸਿਮਰਨ ਕਰਨਾ ਕਰ। ਕਿਉਂਕਿ ਇੱਕ ਦਿਨ ਸੋਵਨ ਹੋਏ ਗੋ, ਲਾਂਬੇ ਗੋਂਡ ਪਸਾਰ। ਕਿ ਇੱਕ ਦਿਨ ਐਸਾ ਆਵੇਗਾ ਕਿ ਇਹ ਮੰਜਾ ਵੀ ਉਹੀ ਹੋਵੇਗਾ, ਬਿਸਤਰਾ ਵੀ ਉਹੀ ਹੋਵੇਗਾ, ਚਾਦਰ ਵੀ ਉੱਤੇ ਦੇਣ ਵਾਲੀ ਉਹੀ ਹੋਵੇਗੀ, ਪਰ ਤੇਰੇ ਕੋਲੋਂ ਫਿਰ ਉੱਠਿਆ ਵੀ ਉੱਠਿਆ ਨਹੀਂ ਜਾਣਾ। ਫਿਰ ਸੰਸਾਰ ਭਾਵੇਂ ਧਾਈਆਂ ਮਾਰ ਮਾਰ ਕੇ ਰੋਵੇ ਅਤੇ ਤੈਨੂੰ ਉੱਚੀ ਉੱਚੀ ਤੇਰੇ ਜੀ ਆਵਾਜ਼ਾਂ ਲਾ ਕੇ ਤੈਨੂੰ ਬੁਲਾਣ, ਤੂੰ ਆਪ ਵੀ ਬੜੀ ਕੋਸ਼ਿਸ਼ ਕਰੇ ਕਿ ਮੈਂ ਉੱਠ ਕੇ ਖਲੋ ਜਾਵਾਂ, ਪਰ ਤੇਰੇ ਕੋਲੋਂ ਉੱਠਿਆ ਨਹੀਂ ਜਾਣਾ। ਇਸ ਲਈ ਦਾਸ ਵੱਲੋਂ ਬੇਨਤੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਣ, ਜਦੋਂ ਉੱਠਦੇ ਹੋ ਗੁਰੂ ਪਿਆਰਿਓ, ਜਦੋਂ ਗ੍ਰੰਥੀ ਸਿੰਘ ਆਵਾਜ਼ ਦਿੰਦਾ ਹੈ ਕਿ ਉਠੋ ਗੁਰੂ ਪਿਆਰਿਓ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ, ਤਾਂ ਥੋੜਾ ਜਿਹਾ ਜ਼ਰੂਰ ਕੋਸ਼ਿਸ਼ ਕਰਿਆ ਕਰੋ ਕਿ ਆਪ ਉੱਠਣ ਦੀ ਕੋਸ਼ਿਸ਼ ਕਰੀਏ। ਉੱਠ ਕਰਕੇ ਮੰਜੇ ਤੋਂ ਥੱਲੇ ਉਤਰਨਾ ਕਰਿਓ, ਜਿਸ ਦੇ ਨਾਲ ਤੁਹਾਡੀ ਨਿੰਦਰ ਦੂਰ ਹੋ ਜਾਵੇਗੀ। ਜੇਕਰ ਆਪਾਂ ਆਪਣੇ ਅੱਗੇ ਰੋਟੀ ਦਾ ਥਾਲ ਰੱਖ ਕੇ ਬੈਠ ਜਾਵਾਂਗੇ ਤਾਂ ਰੋਟੀ ਆਪਣੇ ਮੁਖ ਵਿੱਚ ਨਹੀਂ ਜਾਂਦੀ, ਉਸ ਨੂੰ ਹੱਥ ਨਾਲ ਤੋੜ ਕਰਕੇ ਆਪਣੇ ਅੰਦਰ ਪਾਣਾ, ਆਪਣੇ ਮੁਖ ਵਿੱਚ ਪਾਣਾ ਪੈਂਦਾ ਹੈ। ਉਸ ਤੋਂ ਬਾਅਦ ਉਹ ਹਰੀ ਪ੍ਰਮਾਤਮਾ ਦੇ ਬਣਾਇਆ ਹੋਇਆ ਇਹ ਸਰੀਰ ਉਸ ਦਾ ਖੂਨ ਮਲ ਮੂਤਰ ਆਦਿਕ ਬਣਾਉਂਦਾ ਹੈ। ਇੱਕ ਵਾਰ ਸਾਨੂੰ ਜਿਹੜਾ ਰੋਟੀ ਹੈ ਉਸ ਦੀ ਗਰਾਹੀ ਤੋੜ ਕਰਕੇ ਆਪਣੇ ਮੁਖ ਵਿੱਚ ਪਾਣੀ ਪੈਂਦੀ ਹੈ। ਉਸ ਤੋਂ ਬਾਅਦ ਅੱਗੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਦੀ ਜੋ ਰਾਜਾ ਹੈ, ਜੋ ਉਸ ਦੇ ਸਰੀਰ, ਉਸ ਦੀ ਬਣਾਈ ਹੋਈ ਰਚਨਾ ਹੈ, ਉਸ ਵਿੱਚ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਹਰੀ ਪ੍ਰਮਾਤਮਾ ਦੀ ਕਿਰਪਾ ਨਾਲ ਜੋ ਵੀ ਹੋਏਗਾ, ਚਾਹੇ ਉਸ ਦਾ ਖੂਨ ਬਣੇ, ਚਾਹੇ ਉਸ ਦਾ ਮਲ ਮੂਤਰ ਬਣੇ। ਇਸੇ ਪ੍ਰਕਾਰ ਜੇ ਅੰਮ੍ਰਿਤ ਵੇਲੇ ਅਸੀਂ ਇਹ ਵਿਚਾਰ ਉੱਠ ਕੇ ਕਦੇ ਸੋਚਿਆ ਹੀ ਨਹੀਂ ਕਿ ਅਸੀਂ ਅੰਮ੍ਰਿਤ ਵੇਲੇ ਉੱਠੀਏ, ਤਾਂ ਗੁਰੂ ਪਿਆਰਿਓ ਉੱਠਿਆ ਨਹੀਂ ਜਾਣਾ।
ਇੱਕ ਵਾਰੀ ਸਾਨੂੰ ਕੋਸ਼ਿਸ਼ ਕਰਨੀ ਪੈਣੀ ਹੈ। ਇੱਕ ਵਾਰੀ ਜੇ ਮੰਜੇ ਤੋਂ ਥੱਲੇ ਉਤਰ ਕੇ ਖਲੋ ਜਾਵਾਂਗੇ ਅਤੇ ਹਰੀ ਪ੍ਰਮਾਤਮਾ ਨੂੰ ਆਵਾਜ਼ ਲਾ ਕੇ ਕਵਾਂਗੇ ਕਿ ਹੈ ਸੱਚੇ ਪਿਤਾ, ਮੈਨੂੰ ਹੁਣ ਚੰਗੀ ਤਰ੍ਹਾਂ ਜਾਗਨੇ ਬਖਸ਼, ਮੈਨੂੰ ਆਪਣੇ ਨਾਮ ਸਿਮਰਨ ਦੀ ਦਾਤ ਬਖਸ਼ ਕੇ ਮੈਂ ਆਪ ਜੀ ਦੇ ਦਰ ਤੇ ਆਵਾਂ, ਆਪ ਜੀ ਦੇ ਦਰਸ਼ਨ ਦੀਦਾਰ ਪਾਵਾਂ। ਐਸੀ ਬੇਨਤੀ ਕਰਕੇ ਗੁਰੂ ਪਿਆਰਿਓ ਉੱਠ ਜਾਣਾ ਕਰਿਓ, ਫਿਰ ਉੱਠਿਆ ਜਾਵੇਗਾ। ਜੇਕਰ ਤੁਸੀਂ ਇਹੀ ਸੋਚਦੇ ਰਹੇ ਕਿ ਸਾਡਾ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇਗੀ ਫਿਰ ਹੀ ਉੱਠਿਆ ਜਾਂਦਾ ਹੈ, ਹਾਂ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਫਿਰ ਹੀ ਉੱਠਿਆ ਜਾਂਦਾ ਹੈ, ਪਰ ਗੁਰੂ ਪਿਆਰਿਓ ਇੱਕ ਵਾਰ ਕਦਮ ਸਾਨੂੰ ਰੱਖਣਾ ਪੈਣਾ ਹੈ, ਫਿਰ ਮਹਾਰਾਜ ਜੀ ਅੱਗੋਂ ਸਾਨੂੰ ਆਪਣੇ ਆਪ ਲੈਣ ਆਉਂਦੇ ਹਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।